कि गुरु साहब जी गुरु नानक देव महाराज जदों इस धरती ते आउंदे ने ते सतगुरु दे आउण तो पहलां की हालात सन, जिन्हां नूं गुरबाणी दे विच आप गुरु साहिब गुरु नानक जी ने दर्ज कीता ते भाई गुरदास ने उसे बाणी नूं लैके तकरीबन पौनी सदी दे विच ਜਿਹੜੀ ਸੀ ਉਹ ਗੁਰੂ ਉਸਤਤ ਵਿੱਚ ਪਹਿਲੀ ਵਾਰ ਦੀਆਂ ਜੋ ਪੌੜੀਆਂ ਨੇ ਉਹ ਸਾਰੀ ਦਸ਼ਾ ਨੂੰ ਬਿਆਨ ਕੀਤਾ। ਸੋ ਸਤਿਗੁਰੂ ਸੱਚਾ ਪਾਤਸ਼ਾਹ ਇਹ ਕਿਰਪਾ ਕਰੇ, ਆਪਣਾ ਮਿਹਰਾਂ ਭਰਿਆ ਹੱਥ ਰੱਖੇ ਜੀ, ਅਸੀਂ ਜੋ ਇਹ ਵਿਚਾਰ ਕਰ ਸਕੀਏ। ਆਓ ਆਪ ਸੰਗਤ ਆਪਣੀ ਅਸੀਸ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਨ ਜੀ। ਸਾਰੀ ਸੰਗਤ ਹਾਜ਼ਰੀਆਂ ਲਵਾਓ, ਪਿਆਰ ਦੇ ਨਾਲ ਰਸਨਾ ਪਵਿੱਤਰ ਕਰਦਿਆਂ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਪਰਥਾਏ ਭਾਈ ਗੁਰਦਾਸ ਜੀ ਨੇ ਇਹ ਬਖਸ਼ਿਸ਼ ਕਰਕੇ ਸਾਨੂੰ ਨਾ 4 ਤੁਕਾਂ ਬਖਸ਼ੀਆਂ, ਜਿਨ੍ਹਾਂ ਨੂੰ ਆਧਾਰ ਵੀ ਆਪਾਂ ਬਣਾ ਲੈਂਦੇ ਆ ਕਿ ਸਤਿਗੁਰੂ ਜੀ ਕੀ ਕਿਰਪਾ ਵਰਤਾਉਂਦੇ ਨੇ। ਤੇ ਭਾਈ ਜੀ ਕਹਿੰਦੇ ਨੇ, ਬਾਬਾ ਦੇਖੈ ਧਿਆਨ ਧਰ, ਜਲ ਦੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਤਰਤ ਲੁਕਾਈ। ਹੁਣ ਇਹ 4 ਤੁਕਾਂ ਦੇ ਅੰਦਰ ਆਪਾਂ ਇਹ ਬਖਸ਼ਿਸ਼ ਲਈ ਕਿ ਬਾਬਾ ਦੇਖੈ ਧਿਆਨ ਧਰ, ਬਾਬੇ ਦਾ ਧਿਆਨ ਕਿੰਨਾ ਕੁ ਵੱਡਾ ਹੈ ਤੇ ਬਾਬੇ ਦੇ ਧਿਆਨ 'ਚ ਕੀ ਕੁਝ ਆਉਂਦਾ ਹੈ, ਤੇ ਬਾਬੇ ਨੇ ਆਪਣੇ ਧਿਆਨ 'ਚ ਵੇਖਿਆ ਕਿ ਇਹ ਹੋ ਗਿਆ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜਲ ਦੀ ਸਭ ਪ੍ਰਿਥਵੀ ਦੇ ਸਾਈ, ਇਹਦਾ ਭਾਵ ਸੰਸਾਰ ਦੇ ਸਾਰੇ ਲੋਕ ਜਿਹੜੇ ਨੇ ਉਹ ਰੋਂਦੇ ਕਰਲਾਉਂਦੇ ਆਪਸ 'ਚ ਖਹਿ ਬੈਜੀ, ਇਹ ਸਭ ਕੁਝ ਗੁਰੂ ਸਾਹਿਬ ਨੇ ਵੇਖ ਲਿਆ। ਤੇ ਕਮਾਲ ਦੀ ਗੱਲ, ਜਿਵੇਂ ਦੂਰਬੀਨ ਦਾ ਕੰਮ ਹੁੰਦਾ ਕਿ ਦੂਰ ਦੀ ਚੀਜ਼ ਨੂੰ ਬੜਾ ਨੇੜੇ ਹੋ ਕੇ ਸਾਨੂੰ ਉਹਦਾ ਚਿੱਤਰ ਦੱਸ ਦਿੰਦੀ ਆ, ਸੱਚ ਐਵੇਂ ਅਕਾਲ ਦਾ ਰੂਪ ਨੇ ਗੁਰੂ ਨਾਨਕ ਸਾਹਿਬ ਜੀ। ਤੇ ਗੁਰੂ ਨਾਨਕ ਸੱਚਾ ਪਾਤਸ਼ਾਹ ਜਦੋਂ ਧਿਆਨ ਧਰਦਾ ਤੇ ਬ੍ਰਹਮੰਡ ਦਾ ਜੋ ਖੁਲਾਰਾ ਸੀ ਉਹ ਮਹਾਰਾਜ ਨੇ ਬੜਾ ਨੇੜੇ ਹੋ ਕੇ ਵੇਖ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇਸ ਨਿਰਣੇ ਤੇ ਵੀ ਪਹੁੰਚਦੇ ਆ ਕਿ ਇਹਦਾ ਕਾਰਨ ਕੀ ਗੁਰਮੁਖੋ, ਤੇ ਇਹਦਾ ਕਾਰਨ ਸੀ ਬਾਝੋਂ ਗੁਰੂ ਗੁਬਾਰ ਹੈ, ਕਿ ਗੁਰੂ ਤੋਂ ਬਿਨਾਂ ਇਹ ਧਰਤੀ ਦੇ ਲੋਕ ਹੀਣੇ ਹੋ ਗਏ ਹਰ ਪੱਖੋਂ, ਜੋ ਅਸੀਂ ਅੱਜ ਵਿਚਾਰਾਂਗੇ। ਤੇ ਮਹਾਰਾਜ ਕਹਿੰਦੇ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਹੈ ਦਾ ਭਾਵੇਂ ਖਾਏ ਮਾਰੇ ਗਏ ਲੁੱਟੇ ਗਏ, ਬਚਾਉਣ ਵਾਲਾ ਕੋਈ ਨਹੀਂ, ਕਿਹਦੇ ਦਰ ਤੇ ਜਾ ਕੇ ਪੁਕਾਰਾਂ ਕਰੀਏ। ਤਾਂ ਕਰਕੇ ਮਹਾਰਾਜ ਕਹਿੰਦੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਤੇ ਉਦਾਸੀ ਮਹਾਰਾਜ ਨੇ ਇਸ ਕਰਕੇ ਨਹੀਂ ਕੀਤੀ ਕਿ ਸੰਸਾਰ ਤੋਂ ਭੱਜ ਜਾਈਏ, ਜ਼ਿੰਮੇਵਾਰੀਆਂ ਤੋਂ ਭੱਜ ਜਾਈਏ, ਨਹੀਂ, ਭੁੱਲਿਆਂ ਨੂੰ ਭਗੌੜਿਆਂ ਨੂੰ ਸੱਚ ਐਵੇਂ ਜਿਹੜੀਆਂ ਰੂਹਾਂ ਧਾਰਮਿਕ ਪਹਿਰਾਵਾ ਪਾ ਕੇ ਪਾਪ ਕਮਾ ਰਹੀਆਂ ਸੀ, ਗ੍ਰਸਤੀ ਸਮਾਜਿਕ ਰਾਜਨੀਤਿਕ ਜੀਵਨ ਭ੍ਰਿਸ਼ਟਿਆ ਜਾ ਚੁੱਕਾ ਸੀ, ਉਹਨਾਂ ਨੂੰ ਸੋਧਣ ਦੇ ਲਈ ਮੇਰਾ ਬਾਬਾ ਨਾਨਕ ਤੁਰਿਆ ਜੀ। ਸਤਿਗੁਰੂ ਜੀ ਸੁਲਤਾਨਪੁਰ ਤੋਂ ਤੁਰੇ ਸੀ। ਮਹਾਰਾਜ ਕਹਿੰਦੇ ਫਿਰ ਉੱਥੇ ਕਿ ਚੜਿਆ ਸੋਧਣ ਧਰਤ ਲੁਕਾਈ। ਹੁਣ ਇੱਕ ਕਮਾਲ ਦੀ ਗੱਲ ਵੇਖੋ, ਕੋਈ ਚੀਜ਼ ਵਿਗੜੀ ਹੋਵੇ ਤੇ ਉਹਨੂੰ ਫੇਰ ਹੀ ਬੰਦਾ ਸੋਧਦਾ, ਉਹਨੂੰ ਕਹਿ ਲਓ ਕਿ ਉਹਦੇ ਵਿਗਾੜ ਨੂੰ ਠੀਕ ਕਰਦਾ। ਇਸ ਧਰਤੀ ਦੇ ਉੱਤੇ ਸੰਗਤ ਜੀ ਵਿਦਵਾਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ। ਕਹਿੰਦੇ ਪਾਣੀ ਵਿਗੜ ਜੇ ਤੇ ਮਨੁੱਖ ਉਹਨੂੰ ਸੁਧਾਰ ਸਕਦਾ ਹੈ। ਕਹਿੰਦੇ ਆ ਜੇ ਹਵਾ ਪ੍ਰਦੂਸ਼ਿਤ ਹੋ ਜੇ, ਹਾਨੀਕਾਰਕ ਹੋ ਜੇ ਤੇ ਮਨੁੱਖ ਉਹਨੂੰ ਸੁਧਾਰ ਲੈਂਦਾ। ਭਾਵ ਦਿਸਦੀ ਹਰ ਚੀਜ਼ ਵਿਗੜ ਜੇ ਮਨੁੱਖ ਸੁਧਾਰ ਲੈਂਦਾ, ਪਰ ਜੇ ਮਨੁੱਖ ਹੀ ਵਿਗੜ ਜੇ ਤੇ ਕਹਿੰਦੇ ਇਸ ਧਰਤੀ ਤੇ ਕੋਹਰਾ ਮਚ ਜਾਂਦਾ। ਇਸ ਧਰਤੀ ਦੇ ਹਾਲਾਤ ਇਹ ਸੀ ਕਿ ਮਨੁੱਖੀ ਤਾਣਾ ਵਿਗੜ ਚੁੱਕਾ ਸੀ, ਭਾਵ ਉਹਦੇ 'ਚ ਇਸਤਰੀ ਵੀ ਤੇ ਉਹਦੇ ਵਿੱਚ ਮਨੁੱਖ ਵੀ ਆ ਗਿਆ, ਕਹਿ ਲਓ ਇਨਸਾਨ। ਹੁਣ ਜਦੋਂ ਇਹ ਵਿਗੜੇ ਫਿਰ ਇਹਨਾਂ ਨੂੰ ਸੁਧਾਰਨ, ਇਹਨਾਂ ਨੂੰ ਜੀਵਨ ਦਾਤ, ਇਹਨਾਂ ਨੂੰ ਜੀ ਦਾਨ, ਸਤਨਾਮ ਦਾ ਉਪਦੇਸ਼ ਦੇਣ, ਅਕਾਲ ਪੁਰਖ ਦੀ ਪੂਜਾ ਪ੍ਰਤਿਸ਼ਠਾ, ਪ੍ਰਭੂ ਸੱਤਾ ਦੀ ਵਿਚਾਰ ਕਰਨ, ਸੱਚਾ ਪਾਤਸ਼ਾਹ ਆਪਣੇ ਘਰ ਤੋਂ ਤੁਰਦਾ। ਸੋ ਖੈਰ ਇਹ ਚਲੋ ਆਪਾਂ ਭੂਮਿਕਾ ਬੰਨ ਲਈ। ਹੁਣ ਅਸੀਂ ਵੇਖਦੇ ਹਾਂ ਗੁਰੂ ਸਾਹਿਬ ਨੇ ਆਪਣੇ ਧਿਆਨ 'ਚ ਕੀ ਵੇਖਿਆ। ਭਾਈ ਗੁਰਦਾਸ ਜੀ ਦੀਆਂ ਪੌੜੀਆਂ ਤੇ ਗੁਰਬਾਣੀ ਦੇ ਅਸੀਂ ਇੱਥੇ ਆਧਾਰ ਬਣਾਵਾਂਗੇ
कि गुरु साहब नूं क्यों लोड़ पई इस धरती ते आउण दी। गुरु नानक देव पिता महाराज जी इस धरती दे उत्ते आए उदों हालात की ते जदों गुरु दी खेड वरती बाद विच किहड़ियां रहमतां होईयां, ये सारा आपां हर रोज़ गुरु कीआं साखियां गुरबाणी दे विचार लैके करिया करांगे। भाई जी ने किरपा कीती, कहंदे कल आई कुत्ते मूही खाज हुआ मुरदार गुसाई, राजे पाप कमाम दे उल्टी वाड़ खेत को खाई। चलो पौड़ी का पाठ नाल अर्थ करते जाने। ये पौड़ी के अंदर ना भाई साहब ने सारिया ही दातां लिया के साडे सामने रखतियां। भाई जी कहंदे कल आई, कहंदे कल युग आ गया, पर किद्दां दा आया, कुत्ते मूहां आया। हुण इत्थे कुत्ते मूहां दा भाव लालच विरती वाला। ते कहंदे फिर इस कलयुग ने की कीता, वेखो कलयुग युग नहीं, कलयुग सुभाअ। बहुत बार इत्थे बेनती कीती, कहंदे कलयुगी सुभाअ ने की कीता, जदों लोकां च कलयुग ने अपना प्रभाव पाया ते लोकां दे हालात माफ करियो संगत जी उन्हां कुकरां वर्गे हो गए जिहड़े लालची विरती रखदे सी। कल आई कुत्ते मूही ते अगे लिखिया खाज हुआ मुरदार गुसाई। खाज कहते ने खाना, कहते लोकां दा खाना हराम हो गया। मुरदार खाना भाव अपने हक तो वध के जदों लोकां दा खून नचोड़ना, जिन्हां विच मलक भागो वर्गे बैठे आ। मर्ज कहते ये हालात हो गए कि खाज हुआ मुरदार, मुरदार नूं खाना, हराम नूं खाना, दूजियां दा धन दुनी चंद करोड़िए वांग लुट के अपने झंडे महल ते गड्ड लैणे, ये हालात होए। ते मर्ज कहते जेड़ी वाड़ खेत नूं सामदी होवे, भाव जिस राजे ने हाकम ने प्रजा नूं सामना सी, माफ करियो जदों वाड़ दिती कि खेत साम लू, कहंदे उसे वाड़ ने उसे राजे दे उहदे हाकमां ने दुनिया नूं सच एवे टुंबना शुरू किया, लुटना शुरू किया, मारना शुरू किया। ये इत्थे राजनीतिक हालात वगड़े। पहला सी कि साडा व्यवहार विगड़िया, दूजा सी साडे राजनीतिक हालात विगड़े कि मर्द दे सिख भाई गुरदास कहंदे कि राजे पाप कमाम दे उल्टी वाड़ खेत को खाई। पर ये सब कुछ हो क्यों रहा संगत? एक सवाल है ना कि बाबा जी आन तो पहला ही कुछ हो क्यों रहा? मर्ज कहंदे तां हो रहा भाई क्योंकि प्रजा अंधी ज्ञान बिन कूड़ कुसत मुखो अलाई। कहंदे प्रजा ज्ञान तो हीणी हो गई, ते जदों साडे कोल ज्ञान ना होवे हर कोई बाणा पा के सानू बुद्धू बना जूगा, हर कोई अपने चरना ते मत्था टिका जूगा, हर कोई साडे इमोशनल नाल खेड के कहूगा तेरे आ किरपा वरत जूगी, चैक कट दे 11,000 दा। मर्जी कहंदे प्रजा जदों जदों ज्ञान तो हीणी होई, पापियां पखंडियां ने अपना चंगा दम खिलार के ते चंगा लुटिया। मर्ज कहंदे फिर कहंदे प्रजा दे मुख ते झूठ आ गया। मार्ज दा बाणी च कहंदे सच बोलना ते सदा ही सच बोलना, बोलीए सच धर्म झूठ ना बोलीए। पर इत्थे आ कि कूड़ कुसत मुखो अलाई, कहंदे लोकी झूठ दा आसरा लैके कह लो कि बहुत ज़्यादा प्रोपोगंडे दा आसरा लैके अपनी जिंदगी नूं जिउण लगे ते यही सदीवी सच मान लिया। ये 3 तुक्का हो गईयां जी। अगे हुण धार्मिक ढांचे की गल कीती ते भाई साहब कहते ने चेले साज वजाएंदे नचन गुरु बहुत विद भाई, सेवक बैठण घरां विच गुरु उठ घरे तिनाड़े जाई। इत्थे अर्थ लैणे ने कि उधर भी असीं ये बेनती कीती कि जिहड़े चेले ने वो अक्सर गुरुआं कोल नामदान दा उपदेश लैण आंदे, उन्हां दे सेवा करन आउंदे। पर कहंदे कलयुग दा वतीरा वेखो कैसा होया कि करैक्टर किरदार हीणे होए गुरु ते चेलियां दे घर जान लगे, क्योंकि हुण अपनी भुख नहीं दूर हुंदी ते चेले साज वजाउंदे ने। इहदा भाव है कि चेले जिवें जिवें नचाउंदे ने गुरु मगर मगर नच्ची जांदे। होना ये चाहीदा सी कि गुरुआं ने चेलियां नूं पिछे लाना सी, पर कहंदे किरदार ओ ना रहे। चेलियां दी अमीरी वेख के, चेलियां दे सरकारे दरबारे वेख के गुरु उन्हां दे घर जाके जो कुछ कहण लगे उन्हां ते मोहर लाण लग पे कि ये सच कहंदा। ते फिर ये जदों धार्मिक ढांचा वेख्या अगे फिर किरपा होई जी, काजी होए रिश्वती वड्डी लैके हक गवाई। इत्थे ना थोड़ा फर्क वेखियो, जिहड़े पहले ने गुरु वो केवल धार्मिक ने ते धार्मिक पहरावा पा के कर्म धार्मिक नहीं रहे ते उन्हां दा खंडन हो गया।
ਇੱਥੇ ਕਾਜੀ ਵੀ ਧਾਰਮਿਕ ਹੀ ਹੈ, ਪਰ ਇੱਥੇ ਥੋੜਾ ਫਰਕ ਹੈ। ਇੱਥੇ ਉਹ ਕਾਜੀ ਦੀ ਗੱਲ ਕੀਤੀ ਜਿਹੜਾ ਦੁਨੀਆ ਦੇ ਫੈਸਲੇ ਕਰਦਾ ਹੈ। ਪੁਰਾਣੇ ਸਮਿਆਂ 'ਚ ਨਾ ਤੁਸੀਂ ਸਿਆਣੀਆਂ ਮਾਵਾਂ ਬਜ਼ੁਰਗ ਬੈਠੇ ਹੋ, ਪਿੰਡ ਦੇ ਵਿੱਚ ਕੋਈ ਝਗੜਾ ਹੋ ਜਾਣਾ ਤੇ ਉਸ ਝਗੜੇ ਵਿੱਚ ਕੱਲੀ ਪੰਚਾਇਤ ਨਹੀਂ ਸੀ ਬਹਿੰਦੀ। ਸਿਆਣੇ ਕਹਿੰਦੇ ਸੀ ਗੁਰੂ ਘਰ ਦੇ ਗ੍ਰੰਥੀ ਨੂੰ ਨਾਲ ਭਾਓ ਕਿ ਸਿਆਣਾ ਇਹ ਸਿਆਣੀ ਗੱਲ ਕਰੂਗਾ, ਦੋ ਟੁੱਟੇ ਸਿਰ ਜੋੜ ਦੂਗਾ। ਇਹ ਅਕਸਰ ਹੁੰਦਾ ਸੀ। ਚਲੋ ਸਮੇਂ ਦੀ ਫਿਰ ਬਦਲ ਹੋਇਆ, ਗਿਰਾਵਟਾਂ ਆਈਆਂ, ਅੱਜ ਕੱਲ੍ਹ ਰਾਜਨੀਤਿਕ ਵੱਖਰੀ ਹੋ ਗਈ ਤੇ ਧਾਰਮਿਕ ਢਾਂਚੇ ਵੱਖਰੇ, ਪਰ ਪਹਿਲਾਂ ਸੂਝਵਾਨ ਲੋਕ, ਅੱਜ ਵੀ ਕਈ ਪਿੰਡਾਂ 'ਚ ਗ੍ਰੰਥੀ ਨਾਲ ਜਾਂਦੇ ਸਿਆਣੇ ਤੇ ਉੱਥੇ ਉਹ ਬਣਦੀ ਜੋ ਵੀ ਹੁੰਦਾ ਉਹ ਨਾਲ ਹੋ ਕੇ ਕਰਦੇ। ਪਹਿਲੇ ਸਮਿਆਂ 'ਚ ਵੀ ਇਦਾਂ ਹੋਇਆ, ਪਰ ਉੱਥੇ ਹੋ ਕੀ ਗਿਆ, ਕਾਜੀ ਹੋਏ ਰਿਸ਼ਵਤੀ। ਚਲੋ ਇਹ ਮੈਂ ਟੁਕਾ ਦਿੰਦਾ ਇੱਕ ਘਟਨਾ ਕਿ ਕਿੰਨੇ ਕੁ ਰਿਸ਼ਵਤੀ। ਕਹਿੰਦੇ ਜਿਹੜੇ ਕਾਜੀ ਪਹਿਲਾਂ ਕਹਿੰਦੇ ਰਹੇ ਨਹੀਂ ਛੋਟੇ ਲਾਲੇ ਨਾ ਤੇ ਕੋਈ ਕਾਨੂੰਨ ਨਹੀਂ ਢੁੱਕਦਾ, ਜਦੋਂ ਰਿਸ਼ਵਤਾਂ ਦੇ ਨਾਲ ਉਹਨਾਂ ਦੇ ਮੂੰਹ ਭਰੇ ਤੇ ਜਿਉਂਦਿਆਂ ਨੂੰ ਨੀਹਾਂ 'ਚ ਚਿਣ ਦੇ ਹੁਕਮ ਦੇ ਤੇ। ਇੰਨੇ ਭਿਆਨਕ ਸੀ ਕਾਜੀ। ਤੁਸੀਂ ਆਪ ਹਾਲਾਤ ਵੇਖੋ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਕਿਸੇ ਨੇ ਕਤਲ ਕਰ ਦੇਣਾ ਜੀ, ਵੱਡੀਆਂ ਲੈ ਲੈਣੀਆਂ, ਨਹੀਂ ਕੁਝ ਨਹੀਂ ਹੋਇਆ, ਤੇ ਮਾੜੇ ਬੰਦੇ ਕੋਲੋਂ ਹੋਇਆ ਕੁਝ ਨਹੀਂ ਹੋਣਾ ਤੇ ਉੱਤੇ ਕੇਸ ਪਾ ਦੇਣੇ। ਬਹੁਤ ਕੁਝ ਅੱਜ ਵੀ ਚੱਲਦਾ। ਵੱਡੇ ਵੱਡੇ ਜੱਜ ਵਿਕ ਜਾਂਦੇ, ਕਤਲ ਕਰਕੇ ਲੋਕੀ ਜ਼ਮਾਨਤਾਂ ਲੈ ਕੇ ਬਾਹਰ ਆ ਜਾਂਦੇ। ਮਾਫ ਕਰਿਓ, ਵੱਡੇ ਵੱਡੇ ਬਾਬੇ ਬਲਾਤਕਾਰੀ ਬਾਹਰ ਨੇ ਤੇ ਜਿਨ੍ਹਾਂ ਨੇ ਕੀਤਾ ਕੁਝ ਨਹੀਂ, ਉਮਰਾਂ ਭੋਗ ਲਈਆਂ, ਉਹ ਅਜੇ ਵੀ ਜੇਲ੍ਹਾਂ 'ਚ ਬੈਠੇ। ਭਾਵ ਕਿ ਕਾਜੀ ਤੇ ਅੱਜ ਵੀ ਇਹ ਰੂਪ ਬਦਲ ਲਏ, ਅੱਜ ਅਦਾਲਤਾਂ ਬਦਲ ਗਈਆਂ, ਪਰ ਵੱਡੀ ਦਾ ਕੰਮ ਉਹੀ ਚੱਲਦਾ ਪਿਆ। ਸੋ ਫਿਰ ਅੱਗੇ ਕਿਰਪਾ ਇਹ ਹੋਈ, ਇਹ ਸਭ ਕੁਝ ਹੋ ਕੇ ਨਾ ਹੁਣ ਭਾਈ ਜੀ ਸਾਡੇ ਗ੍ਰਸਤੀਆਂ ਵੱਲ ਆਏ ਤੇ ਉੱਥੇ ਲਿਖਦੇ ਨੇ ਇਸਤਰੀ ਪੁਰਖੈ ਦਾਮ ਹਿਤ ਭਾਵੋ ਆਓ ਕਿਥਾਉ ਜਾਏ। ਇਸਤਰੀ ਤੇ ਪੁਰਖ ਕਹਿੰਦੇ ਮਾਫ ਕਰਿਓ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਜਾਂ ਗੁਰੂ ਦੀ ਆਮਦ ਵੇਲੇ ਇੰਨਾ ਮਾੜਾ ਹਾਲ ਸੀ ਕਿ ਪੁਰਖ ਕੀ ਕਰਦਾ ਪਿਆ ਇਸਤਰੀ ਨੂੰ ਕੋਈ ਮਤਲਬ ਨਹੀਂ, ਤੇ ਇਸਤਰੀ ਕੀ ਮਾੜੇ ਵਿਵਚਾਰ ਕਰਦੀ ਏ ਪੁਰਖ ਨੂੰ ਮਤਲਬ ਨਹੀਂ। ਤੁਸੀਂ ਕਹੋਗੇ ਕਿਉਂ? ਕਿਉਂਕਿ ਦੋਨਾਂ ਨੂੰ ਇਹ ਹੈ ਕਿ ਪੈਸੇ ਘਰ ਚ ਆਉਣੇ ਚਾਹੀਦੇ ਭਾਵੇਂ ਜਿੱਦਾਂ ਮਰਜ਼ੀ ਆਣ। ਕਿ ਅੱਜ ਤੇ ਨਹੀਂ ਇਹ ਹਾਲਾਤ ਬਣ ਗਏ ਸਾਡੇ ਸੰਸਾਰ ਦੇ ਕਿ ਅੱਜ ਸਾਡੇ ਚੋਂ ਸ਼ਰਮ ਹਿਆ ਹੈ? ਮਾਫ ਕਰਿਓ, ਮੈਂ ਜੋ ਵੀ ਬੇਨਤੀ ਕਰਨੀ ਉਹ ਬਾਣੀ ਦੇ ਆਧਾਰ ਤੇ ਕਰਨੀ, ਕੋਲੋਂ ਕੁਝ ਨਹੀਂ। ਕਿ ਇਸਤਰੀ ਪੁਰਖ ਹੈ ਦਾਮ ਹਿਤ, ਦਾਮ ਕਹਿੰਦੇ ਦਮੜੀ ਨੂੰ, ਪੈਸੇ ਨੂੰ, ਕਿ ਕੇਵਲ ਗ੍ਰਸਤੀ ਜੀਵਨ ਪੈਸੇ ਦਾ ਮੁਹਤਾਜ ਰਹਿ ਗਿਆ। ਤੇ ਅੱਜ ਵੀ ਉਹੀ ਹਾਲਾਤ ਨੇ। ਅੱਜ ਘਰ 'ਚ ਵਿਚਾਰ ਨਹੀਂ ਹੁੰਦੀ ਕਿ ਨਿਤਨੇਮ ਕਿੰਨਾ ਕਰਦੇ ਆ। ਅੱਜ ਘਰ 'ਚ ਵਿਚਾਰ ਨਹੀਂ ਹੁੰਦੀ ਕਿ ਮੇਰੇ ਪੁੱਤ ਦਾ ਚੌਂਕੜਾ 1 ਘੰਟੇ ਦਾ ਮੂਲ ਮੰਤਰ ਦਾ ਜਾਪ ਕਰਦਾ। ਅੱਜ ਇਹੀ ਵਿਚਾਰ ਹੁੰਦੀ ਆ ਮੇਰਾ ਪੁੱਤ ਇੰਨੇ ਕਮਾ ਲੈਂਦਾ। ਕਮਾਣਾ ਮਾੜਾ ਨਹੀਂ, ਅਸੀਂ ਵੀ ਕਮਾਈਆਂ ਲਈ ਬੋਲ ਰਹੇ ਆ, ਪੈਸਾ ਮਾੜਾ ਨਹੀਂ, ਪਰ ਕੀ ਦੁਨੀਆ ਦਾ ਧਨ ਕਮਾਉਂਦਿਆਂ ਸੀ ਉਹ ਧਨ ਤੇ ਨਹੀਂ ਗਵਾਤਾ ਜਿਸ ਧਨ ਖਾਤਰ ਸੰਸਾਰ ਤੇ ਆਏ ਆ। ਬਸ ਇਹ ਗੱਲ ਫੜਨ ਵਾਲੀ ਆ। ਜੋ ਮਰਜ਼ ਕਹਿ ਰਹੇ ਕਿ ਕੇਵਲ ਦੁਨੀਆ ਦਾ ਜੋ ਜੀਣਾ ਸੀ ਸੱਚ ਐਵੇਂ ਉਹ ਮਿਜਾਜ ਧਨ ਕਰਕੇ ਹੀ ਰਹਿ ਗਿਆ ਗ੍ਰਸਤੀਆਂ ਦਾ। ਤੇ ਕੀ ਹੋ ਰਿਹਾ, ਕੀ ਕਰਦੇ ਪਏ ਉਹ ਮਤਲਬ ਹੀ ਨਾ ਰਿਹਾ। ਹੁਣ ਅੱਗੇ ਫਿਰ ਕਹਿੰਦੇ ਜਦੋਂ ਇਹਨੂੰ ਮੁਕੰਮਲ ਕੀਤਾ ਕਿ ਵਰਤਿਆ ਪਾਪ ਸਭਸ ਜਗ ਭਾਈ। ਭਾਈ ਗੁਰਦਾਸ ਕਹਿੰਦੇ ਭਾਈ ਇਹ ਦੇਖੋ ਰਾਜਨੀਤਿਕ, ਸਮਾਜਿਕ, ਧਾਰਮਿਕ, ਪਰਿਵਾਰਿਕ, ਵਿਵਹਾਰਿਕ ਸਾਰੇ ਢਾਂਚੇ ਵਿਗੜੇ ਹੋਏ ਸੀ ਜਦੋਂ ਬਾਬਾ ਨਾਨਕ ਧਰਤੀ ਤੇ ਆ ਰਿਹਾ। ਤਾਂ ਕਰਕੇ ਚੜਿਆ ਸੋਧਨ ਧਰਤ ਲੁਕਾਈ ਜੀ। ਹੁਣ ਇਹ ਪੌੜੀ ਭਾਈ ਸਾਹਿਬ ਜੀ ਗੁਰੂ ਨਾਨਕ ਤੋਂ ਪੌਣੀ ਸਦੀ ਬਾਅਦ ਲਿਖਦੇ ਆ। ਤੁਸੀਂ ਕਹੋਗੇ ਉਹਨਾਂ ਨੇ ਕਿਵੇਂ ਲਿਖਤੀ? ਤੇ ਉਹਨਾਂ ਨੇ ਬਾਣੀ ਦੇ ਆਧਾਰ ਤੇ ਲਿਖੀ। 2 ਸ਼ਬਦ ਨੇ ਗੁਰੂ ਨਾਨਕ ਜੀ ਦੇ ਆ ਜੀ ਸਾਰੰਗ ਰਾਗ 'ਚ, ਤੇ ਉੱਥੇ ਬਾਬਾ ਜੀ ਨੇ ਵੇਖੋ ਕੀ ਕਿਰਪਾ ਵਰਤਾਏ। ਤੁਸੀਂ ਨਾ ਸਿਆਣੇ ਸੂਝਵਾਨ ਹੋ, ਇਸ ਕਰਕੇ ਇੱਕ ਯਤਨ ਹੁੰਦਾ ਸੰਗਤ ਜੀ। ਗੁਰਪੁਰਬ ਸੀ ਨਾ ਕੱਲ, ਤੇ ਉਹ ਇਕਾਗਰਤਾ ਨਹੀਂ ਬਣਦੀ ਜਿਹੜੀ ਇਕਾਗਰਤਾ ਮੈਨੂੰ ਇਸ ਸਮੇਂ ਮਿਲਦੀ ਆ। ਤੇ ਮੈਨੂੰ ਤਾਂ ਸੀ ਭਾਵੇਂ ਮਹੀਨਾ ਲੱਗ ਜੇ 2 ਮਹੀਨੇ ਐ ਠਰਮ ਕੇ ਬਾਬੇ ਨਾਨਕ ਦਾ ਪੂਰਾ ਜੀਵਨ ਅਸੀਂ ਇੱਥੇ ਕੰਪਲੀਟ। ਚਲੋ ਜਿੰਨੀ ਕੁ ਮਰਜ਼ ਮਤ ਬੁੱਧ ਬਖਸ਼ੇ ਕਿ ਇੱਕ ਸਾਖੀ ਨੂੰ ਕਿੱਥੇ ਘਟਨਾ ਹੋਈ ਉਹ ਸਾਰੀ ਆਪਾਂ ਉਦਾਸੀਆਂ ਵਾਇਜ ਇਕੱਠਾ ਕਰਨੀ ਆ। ਤਾਂ ਕਰਕੇ ਆਪਾਂ ਇਦਾਂ ਕਿ ਗੁਰੂ ਸਾਹਿਬ ਜੀ ਨੇ ਨਾ ਉੱਥੇ ਕਿਰਪਾ ਕੀਤੀ ਕਿ ਮਰਜ਼ ਕਹਿੰਦੇ ਨੇ ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ। ਇੱਥੇ ਨਾ ਥੋੜਾ ਪਾਠ ਭੇਜ ਦੇ। ਭਾਈ ਗੁਰਦਾਸ ਨੇ ਲਿਖਿਆ ਕੱਲ ਆਈ ਕੁੱਤੇ ਮੂੰਹੀ, ਇੱਥੇ ਮੱਝ ਨੇ ਲਿਖਿਆ ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ। ਫਿਰ ਬੇਨਤੀ ਕਿ ਜਦੋਂ ਖਾਣਾ ਹਰਾਮ ਹੋ ਜੇ,
जदों झूठ आ जे मुख ते, जदों बिरती एक लालची कुकर कुत्ते वर्गी हो जे, महाराज कहंदे समझ लो वो सतजुगी नहीं, वो कलजुगी है। भावें वो इस्त्री है, भावें मर्द, भावें वो किसी धर्म कम्यूनिटी देश प्रदेश च बैठा है, कूड़ बोल बोल भौंकना, चूका धर्म विचार, ਇਹ ਹਾਲਾਤ ਸੀ ਉਸ ਸਮੇਂ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਕਿ ਲੋਕੀ ਝੂਠ ਬੋਲਦੇ ਸੀ, ਰੱਜ ਕੇ ਬੋਲਦੇ ਸੀ ਤੇ ਧਰਮ ਜ਼ਿੰਦਗੀ 'ਚ ਰਿਹਾ ਹੀ ਨਹੀਂ ਸੀ, ਬਹੁਤ ਦੂਰ ਜਾ ਚੁੱਕਿਆ ਸੀ। ਸਤਿਗੁਰੂ ਜੀ ਕਹਿੰਦੇ ਕਿ ਕੱਲ ਹੋਈ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ, ਜਿਨ ਜਵੰਦਿਆਂ ਪਤ ਨਹੀਂ, ਮੋਇਆ ਮੰਦੀ ਸੋਏ। ਮਹਾਰਾਜ ਜੀ ਕਹਿੰਦੇ ਨੇ ਦੁਨੀਆ ਦੇ ਲੋਗੋ ਜਿਉਂਦਿਆਂ ਜੀ ਇਹੋ ਜਿਹੇ ਬੰਦਿਆਂ ਦੀ ਕੋਈ ਇੱਜ਼ਤ ਨਹੀਂ, ਤੇ ਜਦੋਂ ਇਹੋ ਜਿਹਾ ਬੰਦਾ ਮਰ ਜਾਂਦਾ ਲੋਕ ਬਾਅਦ ਚ ਵੀ ਕਹਿੰਦੇ ਚੰਗਾ ਹੋਇਆ ਐਵੇਂ ਧਰਤੀ ਤੇ ਭਾਰ ਹੀ ਪਾਇਆ ਸੀ। ਭਾਵ ਕਿ ਗਏ ਧਰਤੀ ਤੋਂ ਤਾਂ ਵੀ ਸ਼ੋਭਾ ਨਹੀਂ, ਤੇ ਜਦੋਂ ਤੱਕ ਜਿਉਂਦੇ ਰਹੇ ਇਹੋ ਜਿਹੇ ਲਾਹਨਤਾਂ ਹੀ ਖੱਟਦੇ ਰਹੇ। ਹੁਣ ਆਓ ਥੋੜਾ ਜਿਹਾ ਇਹ ਵੀ ਇਹ ਨਾਲ ਹੀ ਸ਼ਬਦ ਹੈ ਜੀ। ਮਹਾਰਾਜ ਕਹਿੰਦੇ ਹਾਲਾਤ ਸੀ ਰੰਨਾ ਹੋਈਆਂ ਬੋਦੀਆਂ, ਪੁਰਸ਼ ਹੋਏ ਸਯਾਦ। ਪੁਰਖ ਦਾ ਭਾਵ ਪਤੀ ਕਹਿ ਲੋ, घर दे बंदे सयाद कह लो, ये चंगे शिकारी बन गए जी। ते जड़ियां रन्ना सी माफ करियो तीवियां सलाहकार बन गईयां। अज भी कहंदे आ पुत चोरी करे ते मां हल्ला शेरी दवे, सच जानियो मां दुश्मन है उन्होंने मां ना कहो। घर च कोई बंदा बिगड़े ते जनानी छाती ते हत्थ मार के कभी गल ही कोई नहीं, तू वढ़दे टुकदे वेख लांगे वो घर दे हालात की होवणगे। महाराज कहंदे संसार दा वतीरा बन गया कि रन्ना होइयां बोदियां, बोदियां भाव सलाहकार बन गईयां, ते पुरुष होए सयाद ते पुरुष शिकारी बने। इहो जे हालात विगड़े, सील संजम सुच भन्नी खां। महाराज कहंदे जिहड़ा सी धर्म दे विचों मिठा सुभाव मुक गया लोकां दा। संगत जी संजमी जीवन मर्यादक जीवन चलिया गया। साडे सियाणे बजुर्गां ने जदों घरे आउणा ते सियाणियां साडियां नूहां भैणां ने संगत जी मूँह नहीं सी करने उधर नूं। अज भी वेखो बजुर्गो तुसी अज हालात की होए। ते मैं अक्सर कहना हुन्ना धन गुरु अमरदास जी ने घूंगड़ प्रथा खत्म कीती, इहदा खंडन कीता कि बिल्कुल नहीं, इज्जत खया अंदर होनी चाहिए आ। माफ करियो बाबे ने घूंगड़ खत्म किया, साडी पीढ़ी ने चुन्नियां ही सिर तो लातियां। अज ये हालात बन गए ना साडी कौम दे भी कि स्कूटी च चुन्नी पाई, शहर गेड़ियां मारियां, घरे आ गए। महाराज कहंदे इन्ना भी तुहानूं आज़ादी नहीं सी दित्ती सी कि इत्थे जो किरपा वरती, सील संजम सुच, अंदर दी सुचमता मर गई जी, भन्नी बहुत दूर चली गई। गुरु जी कहंदे रन्ना होइयां बोदियां, पुरुष होए सयाद, सील संजम सुच भन्नी खाना खाज आहाज। ते इत्थे लिख दिया सतगुरु सच्चे पातशाह गुरु नानक जी, शर्म गया घर अपने। संगत जी हर बंदा इज्जत लैके जिउंदा ना, हर बंदा कहंदा मैं घट खाला पर मेरी किरदार ते कोई उंगल ना चुके। पर महाराज कहंदे जदों गुरु नानक साहब सच्चे पातशाह वो हालात की ने, शर्म गया घर अपने। भाव कहंदे लभदा ही नहीं सी, किते कोने जाके बह गया सी। पत उठ चली नाल, अणखां भी मर चुकियां सी। सच है इस जरवाणिया ने हिंदुस्तान नूं गुलाम ही ना करता सी कि वड्डे वड्डे राजपूत राणे राजे अपनियां धीआं दियां डोलियां दे दिंदे सी ते कहंदे सी साडी जान बख्शी करो। शर्म गया कर अपने पत उठ चली नाल, नानक सच्चा एक है और ना सच्चा पाल। महाराज कहंदे जे सब कुछ चाहिदा ते दुनिया दे लोगों केवल एक रब नूं पूजिया, एक रब नूं मन्निया, एक रब दे उपदेश नूं कमाया, ये सारियां दातां हिरदे च आउणीआं। ये चलो आपां विचारदे पए आ। हुण भाई गुरदास जी दी एक होर पौड़ी लैणी आ जी कि उस समय हिंदू ते मुसलमान इन्हां दा मजार की सी। ते वेखो कमाल दे अर्थ कीते भाई जी ने, कहंदे चार मजहब ते चार वर्ण, चार हिंदू मजहब, चार सतगुरु जी दे भाई सिख कहंदे ने जग विच हिंदू मुसलमाने, चार वर्ण चार मजहबा, जग विच हिंदू मुसलमाने, खुदी वकीली तकबरी, खिंचो तान करेन तिगाने, गंग बनारस हिंदुआ, मक्का काबा मुसलमाने, सुन्नत मुसलमान दी, तिलक जंजू हिंदू लुबाने, राम रहीम कहाइंदे, एक नाम दोए राह भुलाने। इन्हां तुकां दे पहला अर्थ कर लीए। हिंदू विच ना चार वर्ण ने,
ਅਸੀਂ ਸਾਰੇ ਪੜ੍ਹਦੇ ਆ। ਬ੍ਰਾਹਮਣ ਹੈ, ਉਹਦੇ ਵਿੱਚ ਵੈਸ਼ ਦੀ ਗੱਲ ਆਉਂਦੀ ਆ, ਖੱਤਰੀ ਦੀ ਤੇ ਸ਼ੂਦਰ ਦੀ। ਇਦਾਂ ਹੀ ਨਾ ਮੁਸਲਮਾਨਾਂ 'ਚ 4 ਮਜ਼ਹਬ ਮੰਨੇ ਜਾਂਦੇ ਆ ਜੀ। ਕਹਿੰਦੇ ਇਹ ਸਾਰੇ ਆਪਸ 'ਚ ਕੀ ਕਰਦੇ? ਖੁਦੀ, ਬਖੀਲੀ, ਤਕੱਬਰੀ, ਇਹਦੇ ਅਰਥ ਨੇ ਖੁਦੀ ਕਰਦੇ ਆ, ਆਪਸ 'ਚ ਲੜਦੇ ਮਰਦੇ ਆ, ਆਪਸ ਦੇ ਵਿੱਚ ਧੱਕਾਖੋਰੀ ਕਰਦੇ ਆ। ਮਰਜ ਕਹਿੰਦੇ ਹਾਲਾਤ ਬਣੇ ਕਿ ਹਿੰਦੂ ਕਹਿੰਦਾ ਮੇਰਾ ਧਰਮ ਚੰਗਾ, ਮੁਸਲਮਾਨ ਕਹਿੰਦਾ ਮੇਰਾ ਚੰਗਾ। ਹਿੰਦੂ ਮਤ ਵਾਲੇ ਕੀ ਕਰਦੇ? ਗੰਗ ਬਨਾਰਸ ਹਿੰਦੂਆਂ, ਕਹਿੰਦੇ ਉਹ ਬਨਾਰਸ ਦੀ ਧਰਤੀ ਨੂੰ ਪੂਜਦੇ ਆ ਤੇ ਗੰਗਾ ਤੇ ਇਸ਼ਨਾਨ ਕਰਕੇ ਪਵਿੱਤਰ ਹੁੰਦੇ ਆ। ਤੇ ਮੁਸਲਮਾਨ ਇਹ ਦਾਵਾ ਕਰਦੇ ਮੱਕਾ ਕਾਬਾ ਮੁਸਲਮਾਨ ਹੈ, ਕਿ ਇਸ ਧਰਤੀ ਤੇ ਸਾਰੇ ਹੀ ਕਾਫਰ ਨੇ, ਅਸੀਂ ਕੇਵਲ ਸੱਚੇ ਆ ਕਿਉਂਕਿ ਸਾਡੇ ਕੋਲ ਮੱਕਾ ਮਦੀਨਾ ਹੈ। ਫਿਰ ਕਹਿੰਦੇ ਆ ਭਾਈ ਗੁਰਦਾਸ ਜੀ ਕਿ ਸੁਨਤ ਮੁਸਲਮਾਨ ਦੀ, ਉਹ ਕਹਿੰਦੇ ਅਸੀਂ ਸੁਨਤਾਂ ਕਰਾਨੇ ਆ। ਤਿਲਕ ਜੱਜੂ ਹਿੰਦੂ ਲੁਭਾਣੇ, ਆ ਤੁਕ ਧਿਆਨ ਨਾਲ ਸੁਣਿਓ। ਰਾਮ ਰਹੀਮ ਕਹਾਏ ਦੇ, ਹਿੰਦੂ ਮਤ ਵਾਲੇ ਰਾਮ ਨੂੰ ਜਪਦੇ ਆ ਤੇ ਮੁਸਲਮਾਨ ਰਹੀਮ ਨੂੰ ਜਪਦੇ ਆ। ਹੁਣ ਨਾਮ ਤਾਂ ਦੋਨੋਂ ਹੀ ਰੱਬ ਦੇ ਨੇ, ਇੱਕ ਨਾਮ ਦੋਏ ਰਾਹ ਭੁਲਾਣੇ। ਕਹਿੰਦੇ ਇੱਕੋ ਹੀ ਰੱਬ ਦੇ 2 ਨਾਮ ਨੇ, ਜਪਦੇ ਵੀ ਪਏ ਨੇ ਪਰ ਰੱਬ ਇੱਕੋ ਹੀ ਹੈ। ਤੇ ਜਪਣ ਵਾਲਿਆਂ ਨੇ ਵੰਡੀਆਂ ਪਾਈਆਂ, ਮੇਰਾ ਰਹੀਮ ਵੱਡਾ ਤੇ ਤੇਰਾ ਰਾਮ ਛੋਟਾ। ਤੇ ਇੱਕ ਕਹਿੰਦਾ ਨਹੀਂ ਮੇਰਾ ਰਾਮ ਵੱਡਾ ਤੇ ਤੇਰਾ ਰਹੀਮ ਛੋਟਾ। ਹੁਣ ਤੁਸੀਂ ਪੁੱਛੋ ਗੁਰੂ ਸਾਹਿਬ ਜੀ ਇਹ ਕਿਉਂ ਹਾਲਾਤ ਬਣੇ? ਮਰਜ ਕਹਿੰਦੇ ਤਾਂ ਕਰਕੇ ਬਣੇ ਦੁਨੀਆ ਦੇ ਲੋਗੋ, ਵੇਦ ਕਤੇਬ ਭੁਲਾਏ ਕੈ, ਮੋਹੇ ਲਾਲਚ ਦੁਨੀ ਸਤਾਣੇ। ਉਸ ਸਮੇਂ ਦੇ 4 ਵੇਦ ਤੇ 4 ਹੀ ਕਤੇਬ ਮੁਸਲਮਾਨਾਂ ਦੇ, ਕਹਿੰਦੇ ਇਹਨਾਂ ਦੇ ਉਪਦੇਸ਼ ਨੂੰ ਮਨੁੱਖ ਮਾਤਰ ਭੁਲਾ ਚੁੱਕੀ ਆ, ਜਿਸ ਕਰਕੇ ਮੋਹੇ ਨੇ ਦੁਨੀਆ ਦੇ ਗੰਧਨ ਵੈਣ ਵਕਾਰਾਂ ਤ੍ਰਿਸ਼ਨਾ ਚ ਡੁੱਬ ਚੁੱਕੇ ਨੇ। ਮਾਫ ਕਰਿਓ ਉਸ ਸਮੇਂ ਨਹੀਂ ਜਿਸ ਦਲਦਲ ਵਿੱਚੋਂ ਗੁਰੂ ਨੇ ਕੱਢਿਆ ਸੀ, ਦੁਨੀਆ ਅੱਜ ਵੀ ਉਸੇ ਦਲਦਲ ਚ ਡੁੱਬਦੀ ਜਾ ਰਹੀ ਆ, ਡੁੱਬ ਚੁੱਕੀ ਆ ਤੇ ਹੋਰ ਡੁੱਬਦੀ ਜਾ ਰਹੀ ਆ। ਉਦੋਂ ਵੇਦ ਕਿਤੇ ਭੁਲਾ ਕੇ ਲੋਕੀ ਇਹ ਕਰਮ ਕਰਨ ਲੱਗ ਪਏ, ਅੱਜ ਬਾਬੇ ਨਾਨਕ ਦੀ ਬਾਣੀ ਦੀ ਵਿਚਾਰ ਭੁਲਾ ਕੇ ਲੋਕ ਇਹ ਕਰਮ ਕਰਦੇ ਪਏ ਆ। ਮਰਜੀ ਕਹਿੰਦੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਬਨ ਬੋਲਾਣੇ। ਕਹਿੰਦੇ ਬਾਹਮਣ ਤੇ ਮੁਲਾਣੇ ਖੈ ਖੈ ਕੇ ਮਰਦੇ ਆ, ਸੱਚ ਤੇ ਕਿਨਾਰੇ ਰਹਿ ਗਿਆ। ਇਹ ਹਾਲਾਤ ਸੀ ਉਸ ਸਮੇਂ ਦੁਨੀਆ ਦੇ ਜੋ ਅਸੀਂ ਵਿਚਾਰਦੇ ਪਏ ਆ। ਹੁਣ ਜਦੋਂ ਇਹ ਸਾਰਾ ਵਤੀਰਾ ਤੁਸੀਂ ਵੇਖਿਆ, ਇਸੇ ਕਰਕੇ ਨਾ ਬਾਬੇ ਨਾਨਕ ਨੂੰ ਪੁੱਛਿਆ ਸੀ ਸਿੱਧਾਂ ਨੇ ਸੰਗਤ ਜੀ, ਕਹਿੰਦੇ ਸਾਰੇ ਸਿੱਧ ਇਕੱਠੇ ਹੋਏ, ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਸਵਾਲ ਕੀਤਾ ਉਹਨਾਂ ਨੇ, ਕਹਿੰਦੇ ਸਾਰੇ ਸਿੱਧ ਇਕੱਠੇ ਹੋਏ ਕਿ 10 ਮਾਤ ਲੋਕ ਵਿੱਚ ਕੀ ਵਿਚਰਦਾ ਪਿਆ, ਤੂੰ ਉੱਥੋਂ ਆਇਆ, ਸਾਨੂੰ ਤੇ ਕਈ ਹਜ਼ਾਰਾਂ ਸਾਲ ਹੋ ਗਏ, ਅਸੀਂ ਤਾਂ ਛੱਡਤਾ ਸੀ ਉਹ ਜੰਜਾਲ। ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਤੇ ਇੱਕ ਗੱਲ ਅੱਗੇ ਲਿਖਦੇ ਆ, ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਕਹਿੰਦੇ ਪਹਿਲਾਂ ਸਵਾਲ ਕਰਕੇ ਆਪਣੇ 'ਚ ਸ਼ਾਮਲ ਕਰਨਾ ਚਾਹੁੰਦੇ ਆ, ਪਰ ਹੁਣ ਮੰਨ ਗਏ ਕਿ ਇਸ ਦੁਨੀਆ ਨੂੰ ਤਾਰਨ ਵਾਲਾ ਬਾਬਾ ਨਾਨਕ ਆਇਆ, ਇਹਦੇ ਅੱਗੇ ਝੁਕਣਾ ਹੀ ਬਣਦਾ, ਇਹਨੂੰ ਝੁਕਾ ਨਹੀਂ ਸਕਦੇ ਆਪਾਂ। ਹੁਣ ਗੁਰੂ ਜੀ ਉੱਤਰ ਦਿੰਦੇ, ਕਹਿੰਦੇ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਬਾਬਾ ਜੀ ਕਹਿੰਦੇ ਜਿਵੇਂ ਚੰਦਰਮੇ ਦੀ ਰੋਸ਼ਨੀ ਸਾਡੇ ਲਈ ਕਿੰਨੀ ਕੁ ਲਾਇਕ ਹੈ, ਪਰ ਸੂਰਜ ਦੀ ਲਾਹੇਵੰਦ। ਕਹਿੰਦੇ ਸੱਚ ਤੇ ਜਿਹੜਾ ਉਹ ਚੰਦਰਮੇ ਵਾਂਗ ਹੋ ਗਿਆ ਤੇ ਕੂੜ ਦੀ ਅਮਾਵਸ ਦੀ ਕਾਲੀ ਰਾਤ ਦੁਨੀਆ ਤੇ ਪੂਰਾ ਪ੍ਰਭਾਵ ਪਾ ਕੇ ਬੈਠੀ ਆ। ਗੁਰੂ ਜੀ ਕਹਿੰਦੇ ਨੇ ਕਿ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਪਾਪ ਗਿਰਾਸੀ ਪ੍ਰਿਥਵੀ ਹੋਂ ਭਾਲਣ ਚੜਿਆ ਸੰਸਾਰਾ। ਮਾਰ ਜੀ ਕਹਿੰਦੇ ਜੇ ਮੈਨੂੰ ਕੋਈ ਪੁੱਛੇ ਨਾ ਬਾਬੇ ਨੇ ਭੇਖ ਕਿਉਂ ਬਣਾਇਆ, ਬਾਬੇ ਨੇ ਉਦਾਸੀਆਂ ਕਿਉਂ ਕੀਤੀਆਂ, ਬਾਬਾ ਚੜਿਆ ਸੋਦਰ ਧਰਤ ਲੁਕਾਈ ਕਿਉਂ, ਕਹਿੰਦੇ ਦੁਨੀਆ ਵਿੱਚ ਕੂੜ ਵਾਪਰਦਾ ਪਿਆ, ਪਾਪ ਗਿਰਾਸੀ ਪ੍ਰਿਥਵੀ ਹੋ ਗਈ ਆ, ਮੈਂ ਦੁਨੀਆ ਦੇ ਕੋਨੇ ਕੋਨੇ 'ਚ ਜਾ ਕੇ ਸੱਚੇ ਬੰਦਿਆਂ ਨੂੰ ਲੱਭਦਾ ਪਿਆ, ਸੱਚ ਦੇ ਪੁਜਾਰੀਆਂ ਨੂੰ ਲੱਭਦਾ ਪਿਆ। ਤੇ ਕਮਾਲ ਦੀ ਗੱਲ ਵੇਖੋ, ਬਾਬੇ ਨੇ ਸੱਚ ਲੱਭਿਆ ਕਿੱਥੇ? ਸੱਜਣ ਠੱਗ ਦੇ ਘਰ ਜਾ ਕੇ, ਕੌਡੇ ਰਾਕਸ਼ ਦੇ ਕੜਾਏ 'ਚ ਸੱਚ ਲੱਭਿਆ ਜੀ। ਬਾਬੇ ਨੇ ਨੂਰਾ ਸ਼ਾਹ ਜਾਦੂਗਰਨੀ ਦੇ ਡੇਰੇ ਤੇ ਸੱਚ ਲੱਭਿਆ। ਇਹੋ ਜਿਹੇ ਸੁਭਾਅ ਬਦਲੇ, ਇਹੋ ਜੀਆਂ ਬਿਰਤੀਆਂ ਬਦਲੀਆਂ, ਇਹੋ ਜਿਹੇ ਜੀਵਨ ਵਾਲੇ ਕੱਲ ਤੱਕ ਕਤਲੋ ਗਾਹ ਲੋਕ ਕਹਿੰਦੇ ਸੀ, ਧਰਮਸ਼ਾਲਾ ਬਣਾ ਕੇ ਸਿੱਖੀ ਦਾ ਪ੍ਰਚਾਰ ਕਰਨ ਲਾਤਾ ਉਹਨਾਂ ਨੂੰ। ਇਹ ਸੀ ਗੁਰੂ ਨਾਨਕ ਦਾ ਉਪਦੇਸ਼। ਕਹਿੰਦੇ ਪਾਪ ਗਿਰਾਸੀ ਪ੍ਰਿਥਵੀ ਹੋਂ ਭਾਲਣ ਚੜਿਆ ਸੰਸਾਰਾ। ਤੇ ਅੱਗੇ ਗੁਰੂ ਨਾਨਕ ਸਾਹਿਬ ਜੀ ਲਿਖਦੇ ਨੇ,
कि इस धरती दे उत्ते ये कुछ हो रहा सी। कूड़ अमावस वरत्या, धौल खड़ा धर खेत पुकारा। महाराज जी कहते धर्म के आसरे धरती खलोती आ ते धौल ते काम दा पिया, पापी इन्ने हो गए ने धरती ते। हुण गुरु जी ने चोट मारी एक। गुरु जी कहते कि तुसी ते सिद्ध सी, तानू ते रब ने ज्ञान दिता, तानू रब ने इन्ना कुछ दिता, पर सिद्ध छप बैठे पर्वती, कौन जगत को पार उतारा। कहते जिन्हां नू ज्ञान होवे वो लोकां नू समझाउण, ਜਿਹੜੇ ਆਪ ਨਿਕਲ ਚੁੱਕੇ ਨੇ ਉਹ ਦੂਜਿਆਂ ਨੂੰ ਕੱਢਣ ਇਸ ਦਲਦਲ ਚੋਂ, ਪਰ ਤੁਸੀਂ ਤੇ ਆ ਕੇ ਜੰਗਲਾਂ 'ਚ ਬਹਿ ਗਏ। ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਸਿਰ ਤੇ ਸਵਾ ਮਾਲੀ ਪਿੰਡੇ ਤੇ ਸਵਾ ਮਾਲੀ। ਤੇ ਜਿਹੜੀ ਲੋਕੀ ਕੁਰਲਾ ਰਹੇ ਨੇ ਕਿ ਸਾਨੂੰ ਕੋਈ ਆਊਗਾ ਸੱਚ ਦਾ ਉਪਦੇਸ਼ ਸੁਣਾਊਗਾ ਤੇ ਸਾਡਾ ਭਲਾ ਹੋਵੇਗਾ। ਮਹਾਰਾਜ ਜੀ ਕਹਿੰਦੇ ਬਾਜ ਗੁਰੂ ਡੁੱਬਾ ਜਗ ਸਾਰਾ। ਇਹ ਹਾਲਾਤ ਤਾਂ ਬਣੇ ਗੁਰੂ ਕੋਈ ਨਹੀਂ ਲੱਭਦਾ। संगत जी बाबे नानक वर्गा लभदा ही कोई नहीं। बड़े ने धर्मी पर जो बोलते ने वो है नहीं। आ शाह सुहागण वर्गे असीं इतिहास च वेखणे ने ना, बड़े ने धार्मिक पर मेरे बाबे वर्गा कोई नहीं मिलता। तां करके भाई जी की अखीरली पौड़ी दियां कुछ तुकां लैके समाप्ति कर दिंदे आ। ते अज असीं ये विचारिया कि उस समय दे हालात की ने जिस समय मेरा बाबा नानक धरती ते आ रहा। हुण असीं कल ये वेखांगे धरती ते पुकार किन्ना कीती, जिहड़ी पुकार सुन के गुरु साहब जी इस धरती ते आए। फिर अगों साखियां आरंभ होणगियां। ये इत्थे है जी भाई गुरजात जी कहंदे कि बाज गुरु अंधेर है, खै खै मरदे बहु बिद लोआ। ते अगे फिर उन्होंने लिखिया जी वरत्या सारे थां ते वरत्या पाप जगतर विच। ते भाई जी ने किरपा वरताई धौल उडीना निस दिन रोआ। बाज दया बलहीन होए, कहते दया तो बिना तरस तो बिना रिहा ही नहीं। तरसते दुनिया विच एक दूजे नूं मारना कुटना चाहुंदे आ, कहते तरस तो बिना ये हालात दुनिया दे हो गए। बाज तरस बलहीन होए, निगर गया रसातल टोआ। ते अगे लिख दिया थम्मे कोई ना साध बिन, साध ना दिसै जग विच कोआ। ओ दुनिया दे लोगों की करिए, थम सकदा साधु, साधु पूरा लभदा नहीं जे पहरावा ते किरदार नहीं, जे किरदारा ते पहरावे नहीं। तां करके दुनिया च थम्मण वाला मेरा बाबा नानक आ रहा है। आओ उस नानक दे चरनां च जुड़ जो, तुहाडे बेड़े पार हो जावणगे। गुरु जी की कृपा होवेगी कि बाजो महाराज कहते थम्मै कोई ना साध बिन, साध ना दिसै जग विच कोआ। आओ वो साध कौन सी? मेरा बाबा नानक सी। पातशाह कृपा करन संगत जी, तुसीं इसे तरह जुड़िया करो प्यार च। असी लड़ीवार ये जो कथा आरंभी है रोज़ गुरु दियां विचारां दा जो असी सिफतो सलाह करके डिग लैना जी। मालक कृपा करे। सतगुरु जी जिन्हां हालातां चों तुसीं मनुखता नूं कढ के गए हो, अज भी तुसीं यही रहमत वरताओ। बाणी रूप उपदेश साडे हिरदिਆਂ च घर घर जावे ते असी भी बाणी नूं हिरदे च वसा के लोक सुखीए परलोक सुहेले वाली जीवन जुगत वाली जिंदगी नूं जिउ के तुहाडी रहमत दे पात्र बणीए। वाहिगुरू जी का खालसा वाहिगुरू जी की फतेह। सतनाम वाहिगुरू